ਅੱਜ ਜੋ ਮਿਤੀ ਹੈ 2024 ਅਕਤੂਬਰ 13। ਅੱਜ ਆਪਾਂ ਆਰੰਭ ਕਰ ਰਹੇ ਹਾਂ ਜਿਤਨੇ ਵੀ ਹੁਕਮਨਾਮੇ ਹਨ ਉਹਨਾਂ ਵਿੱਚੋਂ ਅਧਿਐਨ ਆਪਾਂ ਕਰਨਾ ਹੈ ਤੇ ਪਹਿਲਾ ਜੋ ਅੱਜ ਆਪਾਂ ਆਰੰਭ ਕਰ ਰਹੇ ਹਾਂ ਇਹ ਹੁਕਮਨਾਮਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਮ ਤੇ ਹੈ। ਇਸ ਹੁਕਮਨਾਮੇ ਦੇ ਤ੍ਰੈ ਪੱਤਰੇ ਹਨ। ਇਹ ਹੈ ਤੇ ਦੂਸਰਾ ਪੱਤਰਾ ਇਹ ਹੈ, ਇਹਦੇ ਉੱਤੇ ਦਾਸ ਨੇ ਲਿਖਿਆ ਵੀ ਹੋਇਆ 1/2। ਇਹ ਤੀਜਾ ਪੱਤਰਾ ਹੈ 1/3 ਲਿਖਿਆ ਹੋਇਆ ਤੇ ਇਸ ਨੂੰ ਦਾਸ ਨੇ ਕਰੀਬ ਅੱਜ ਤੋਂ 2024 ਦਾ ਜੋ ਮਈ ਸੀ ਉਸ ਮਈ 4 ਦਾ ਤਿਆਰ ਕੀਤਾ ਹੋਇਆ ਤੇ ਦਾਸ ਇੱਕ ਬਹੁਤ ਜ਼ਰੂਰੀ ਸਨਿਮਰ ਬੇਨਤੀ ਕਰੇਗਾ ਕਿ ਇਹ ਅਧਿਐਨ ਇੱਕ ਖੋਜ ਜੈਸਾ ਹੈ। ਤੁਸੀਂ ਮੈਂ ਹਰ ਬੰਦਾ ਕਿਸੇ ਨਾ ਕਿਸੇ ਤੋਂ ਕੁਝ ਪੜ੍ਹ ਕੇ ਸਿੱਖ ਕੇ ਸੁਣ ਕੇ ਤੇ ਆਪਣੀ ਕੋਈ ਧਾਰਨਾ ਬਣਾ ਲੈਂਦਾ ਹੈ, ਪਰ ਇਸ ਅਧਿਐਨ ਤੋਂ ਪਹਿਲਾਂ ਆਪ ਜੀ ਨੇ ਕਿਸੇ ਵੀ ਧਾਰਨਾ ਨੂੰ ਵਿੱਚ ਨਹੀਂ ਲੈ ਕੇ ਆਣਾ, ਉਸ ਨੂੰ ਪਾਸੇ ਰੱਖ ਲਓ। ਵਿਸ਼ੇਸ਼ ਤੌਰ ਤੇ ਗੁਰੂ ਜੀ ਕੀ ਲਿਖਦੇ ਨੇ, ਕੀ ਆਖਦੇ ਹਨ, ਗੁਰੂ ਜੀ ਨੇ ਨਿਤਨੇਮ ਕੀ ਆਖਿਆ, ਗੁਰੂ ਜੀ ਨੇ ਅੰਮ੍ਰਿਤ ਬਾਰੇ ਕੀ ਆਖਿਆ, ਗੁਰੂ ਜੀ ਨੇ ਕਕਾਰਾਂ ਬਾਰੇ ਕੀ ਆਖਿਆ, ਗੁਰੂ ਜੀ ਨੇ ਖਾਲਸਾ ਕਿਸ ਨੂੰ ਆਖਿਆ, ਇਹ ਸਭ ਜੋ ਵੀ ਤੁਸੀਂ ਅੱਜ ਤੱਕ ਸਿੱਖਿਆ ਹੈ, ਪੜ੍ਹਿਆ ਹੈ, ਸੁਣਿਆ ਹੈ, ਸਮਝਿਆ ਹੈ, ਮੈਂ ਇਹ ਨਹੀਂ ਕਹਿ ਰਿਹਾ ਉਹਨੂੰ ਛੱਡ ਦਿਓ, ਉਸ ਨੂੰ ਪਾਸੇ ਰੱਖ ਦਿਓ। ਪਾਸੇ ਰੱਖ ਕੇ ਤੇ ਤੁਹਾਡੇ ਅੰਦਰ ਉਹ ਤੇ ਬੈਠਾ ਹੋਇਆ ਸਭ ਦੇ ਅੰਦਰ ਕਿ ਗੁਰੂ ਜੀ ਇਹ ਆਖਦੇ ਹਨ, ਗੁਰੂ ਜੀ ਇਹ ਆਖਦੇ ਹਨ, ਗੁਰੂ ਜੀ ਇਉਂ ਆਖਦੇ ਹਨ। ਪਰ ਅੱਜ ਤੋਂ ਤੁਸੀਂ ਇਹ ਆਰੰਭ ਆਪਾਂ ਕਰ ਰਹੇ ਹਾਂ ਔਰ ਸਿੱਖਣਾ ਸਮਝਣਾ ਹੈ ਕਿ ਗੁਰੂ ਜੀ ਦੇ ਹੁਕਮਨਾਮਿਆਂ ਵਿੱਚ ਕੀ ਕੀ ਲਿਖਿਆ ਹੈ ਤੇ ਇਹਦੇ ਵਿੱਚ ਬਹੁਤ ਕੁਝ ਹੈ। ਦਾਸ ਨੂੰ ਇਹਦੇ ਵਿੱਚੋਂ ਬੇਅੰਤ ਖਜ਼ਾਨਾ ਮਿਲਿਆ ਔਰ ਆਪਾਂ ਆਰੰਭ ਕਰਦੇ ਹਾਂ। ਅੱਜ ਸਮਾਂ ਥੋੜਾ ਹੈ, ਕਿਸੇ ਕਾਰਨ ਸਾਡੀ ਚਟਸਾਲ ਅੱਧਾ ਪਹਿਰ ਦੇਰ ਨਾਲ ਆਰੰਭ ਹੋਈ ਹੈ, ਤਾਂ ਮੈਂ ਇਸ ਦਾ ਮੂਲ ਪਾਠ ਆਪ ਜੀ ਦੇ ਨਾਲ ਆਰੰਭ ਕਰਦਾ। ਔਰ ਇਸ ਹੁਕਮਨਾਮੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਆਰੰਭ ਵਿੱਚ ਹੀ ਇਹ ਗੱਲ ਆਖ ਦਿੱਤੀ ਹੈ ਕਿ ਜਿਹੜੀ ਪੁਸਤਕ ਡਾਕਟਰ ਗੰਡਾ ਸਿੰਘ ਜੀ ਨੇ ਸੰਪਾਦਿਤ ਕੀਤੀ ਹੈ, ਲਿਖੀ ਹੈ, ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ, ਉਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੇ 2 ਹੁਕਮਨਾਮੇ ਹਨ। ਪਰ ਮੈਂ ਇੱਥੇ ਅਜੇ ਕਿਸੇ ਨਿਰਣੇ ਤੇ ਨਹੀਂ ਪਹੁੰਚਿਆ ਕਿ ਇਹ ਹੁਕਮਨਾਮੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਹੱਥ ਨਾਲ ਲਿਖੇ, ਉਹਨਾਂ ਦਾ ਹੱਥ ਲਿਖਿਆ ਹੈ ਹੁਕਮਨਾਮੇ ਦੋਵੇਂ, ਜਾਂ ਉਹਨਾਂ ਦੇ ਕਿਸੇ ਲਿਖਾਰੀ ਸਹਿਯੋਗੀ ਦੇ ਲਿਖੇ ਹਨ। ਮੇਰਾ ਆਪਣਾ ਕੋਈ ਨਿਰਣਾ ਨਹੀਂ ਤੇ ਬਸ ਹਾਂ ਇਹ ਗੱਲ ਜਿਹੜੀਆਂ ਚੀਜ਼ਾਂ ਮੇਰੀ ਪਕੜ ਵਿੱਚ ਆ ਚੁੱਕੀਆਂ ਹਨ, ਕਿਉਂਕਿ ਦਾਸ ਨੇ ਪਿਛਲੇ
3 ਬਰਖਾਂ ਤੋਂ ਇਹਨਾਂ ਦਾ ਅਧਿਐਨ ਡੂੰਘਾ ਕਰ ਰਿਹਾ ਹੈ, ਜੋ ਪਕੜ ਵਿੱਚ ਆ ਚੁੱਕੀਆਂ ਹਨ ਔਰ ਜੋ ਮੈਂ 98-99% ਸਹੀ ਕਹਿ ਸਕਦਾ। ਕੁਝ ਬਾਤਾਂ ਐਸੀਆਂ ਹੋਣਗੀਆਂ, ਉਹਨਾਂ ਵਿੱਚੋਂ ਇੱਕ ਇਹ ਹੈ ਕਿ ਇਹ 100% ਹੈ ਕਿ ਇਹ ਹੁਕਮਨਾਮੇ ਦੀ ਲਿਖਾਈ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਕਾਲ ਦੀ ਹੈ। ਉਹ ਮੈਨੂੰ ਕਿਵੇਂ ਪਤਾ? ਉਹ ਬਹੁਤ ਲੰਬੀ ਵਿਚਾਰ ਹੈ। ਉਹ ਦਾਸ ਨੇ ਗੁਰਮੁਖੀ ਪੰਜਾਬੀ ਲਿਪੀ ਦਾ ਵਿਕਾਸ ਬਹੁਤ ਲੰਬਾ ਚੌੜਾ ਪੜਿਆ, ਸਮਝਿਆ, ਇੱਕ ਇੱਕ ਅੱਖਰ ਲੱਗ ਜਿੱਥੋਂ ਪਤਾ ਲੱਗਾ। ਆਪਾਂ ਆਰੰਭ ਕਰਦੇ ਹਾਂ ਮੂਲ ਪਾਠ। ਆਰੰਭ ਦੇ ਵਿੱਚ ਹੈ ਏਕੂ ਓੰਕਾਰੂ। ਦਾਸ ਨੇ ਇੱਕ ਓੰਕਾਰ ਨਹੀਂ ਆਖਿਆ, ਇਹ ਪੰਜਾਬੀ ਰੂਪ ਹੈ ਔਰ ਪੰਜਾਬੀ ਰੂਪ ਔਰ ਜੋ ਦਾਸ ਬੋਲ ਰਿਹਾ ਉਹ ਵੀ ਪੰਜਾਬੀ ਰੂਪ ਹੈ। ਏਕੂ ਓੰਕਾਰੂ। भेद इतना है कि गुरु नानक काल विच, गुरु काल विच पंजाबी दा रूप ऐसा ही हुंदा सी जैसा दास उच्चारण कर रहा है। जो उंज बात आपां करदे हां एक ओंकार, ਉਹ ਅੱਜ ਦੀ ਪੰਜਾਬੀ ਦਾ ਰੂਪ ਹੈ। ਦਾਸ ਨੇ ਇਹਦੇ ਉੱਤੇ ਅਸਲ 'ਚ ਅੱਜ ਵਿਚਾਰ ਵਾਵਾ ਲੰਬੀ ਕੀਤੀ ਹੈ ਤੇ ਇਹ ਇੱਕ ਸੰਖੇਪ ਰੂਪ ਜਿਵੇਂ ਆ ਲਿਖਿਆ ਹੋਇਆ ਨਾ, ਏਕੂ ਓੰਕਾਰੂ, ਇਹ ਓੰਕਾਰੂ ਦਾ ਸੰਖੇਪ ਰੂਪ ਹੈ। ਓੰਕਾਰ ਦਾ ਸੰਖੇਪ ਰੂਪ ਹੈ। ਇਹਦਾ ਮੂਲ ਉਚਾਰਨ ਐਸਾ ਹੀ ਰਹੇਗਾ। ਉਹ ਜੋ ਕਿਹਾ ਜਾਂਦਾ ਹੈ ਕਿ ਔਂਕੜ ਨਹੀਂ ਬੋਲਣਾ, ਇਹ ਹੈ ਉਹ ਹੈ, ਇਹ ਬਹੁਤ ਨਿਰਮੂਲ ਬਾਤਾਂ ਹਨ। ਜਿਨ੍ਹਾਂ ਨੇ ਇਹ ਗੱਲ ਸਮਝਣੀ ਹੈ, ਜਿਹੜੀ ਕੱਲ ਵੀਡੀਓ ਤਿਆਰ ਹੋਈ ਸੀ, ਕੱਲ ਅਕਤੂਬਰ 12 ਨੂੰ ਕੀਤੀ ਸੀ ਚਟਸਾਲ ਦੇ ਅੰਦਰ, ਦਾਸ ਨੇ 8ਵੀਂ ਸਦੀ ਤੇ 8ਵੀਂ ਸਦੀ ਦਾ ਸਾਹਿਤ ਆਪ ਜੀ ਨੂੰ ਦਿਖਾਇਆ ਸੀ। ਉਹ ਵੀਡੀਓ ਕੋਈ ਸੱਜਣ ਸੁਣ ਸਕਦਾ ਹੈ ਤੇ ਅਗਲੇ ਸ਼ਨਿਚਰਵਾਰ ਹੋ ਸਕਦਾ ਹੈ ਬਾਕੀ ਦਾ ਹਿੱਸਾ ਵੀ ਦਿਖਾਇਆ ਜਾਏਗਾ, ਉਹ ਵੀ ਸੁਣਿਆ ਜਾ ਸਕਦਾ ਹੈ। ਤੇ ਆਪਾਂ ਅੱਗੇ ਚੱਲਦੇ ਹਾਂ ਜੀ। ਹੁਕਮਨਾਮੇ ਦੇ ਵਿੱਚ 3 ਪੰਨੇ ਆਪ ਜੀ ਨੂੰ ਦਿਖਾਏ ਹਨ। ਪੱਤਰੇ, ਖਿਮਾ ਕਰਨਾ, ਪੰਨੇ ਨਹੀਂ ਪੱਤਰੇ। ਤੇ 3 ਪੱਤਰਿਆਂ ਦੇ ਵਿੱਚ ਦਾਸ ਨੇ ਹੁਣ ਇਹ ਦੇਖਿਆ, ਜਿਹੜਾ ਆਰੰਭ ਵਾਲਾ ਪੱਤਰਾ ਹੈ ਇਸ ਦੀ ਲਿਖਾਈ ਤੁਸੀਂ ਦੇਖਣਾ ਜਿਵੇਂ ਆਪਾਂ ਪੜ੍ਹਦੇ ਲਿਖਦੇ ਹਾਂ ਉਸ ਰੂਪ ਵਿੱਚ ਹੈ। ਉੱਤੇ ਦੂਜੀ ਪਾਸੇ ਕਰਕੇ ਹੁਕਮਨਾਮਾ ਫਿਰ ਇੱਥੇ ਲਿਖਿਆ ਹੋਇਆ। ਇੱਥੇ ਸੱਜੇ ਤਿਰਛਾ ਕੋਨੇ ਵਿੱਚ ਵੀ ਤਿਰਛੇ ਰੂਪ 'ਚ ਲਿਖਿਆ ਹੋਇਆ ਤੇ ਬਿਲਕੁਲ ਸੱਜੇ ਪਾਸੇ ਵੀ ਲਿਖਿਆ ਹੋਇਆ। ਤਾਂ ਇਸ ਤਰ੍ਹਾਂ ਇੱਥੇ 4 ਦਿਸ਼ਾਵਾਂ ਦੇ ਵਿੱਚ ਇਹ ਲਿਖਿਆ ਹੋਇਆ। ਇਹ ਐਸਾ ਨਹੀਂ ਹੈ ਕਿ ਖਾਸ ਵਹਿਮ ਭਰਮ ਨਹੀਂ ਹੈ, ਪਰ ਉਸ ਕਾਲ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿਉਂਕਿ ਬਾਕੀ ਹੁਕਮਨਾਮਿਆਂ ਵਿੱਚ ਵੀ ਐਸਾ ਹੈ। ਔਰ ਇਹਨਾਂ ਵਿੱਚ ਮੈਂ ਆਪ ਜੀ ਨੂੰ ਇੱਕ ਹੋਰ ਦੱਸ ਦਿਆਂ, ਇੱਕ ਗੱਲ ਤਾਂ ਇਹ ਹੈ ਕਿ ਦਾਸ ਨੇ ਫਿਰ ਕੀ ਕੀਤਾ ਕਿ ਜੋ ਮੇਰੇ ਪਾਸ ਡਾਕਟਰ ਗੰਡਾ ਸਿੰਘ ਜੀ ਦੀ ਪੁਸਤਕ ਹੈ, ਇਹ ਦਾਸ ਨੇ ਅਧਿਐਨ ਕੀਤੀ ਹੋਈ ਹੈ ਤੇ ਉਹਦੇ ਪੱਤਰੇ ਵੀ ਦਾਸ ਨੇ ਇੱਥੇ ਲਾ ਲਏ ਹਨ। ਉਹਦਾ ਇੱਕ ਕਾਰਨ ਇਹ ਹੈ, ਜਦੋਂ ਕੋਈ ਚੀਜ਼ ਲਿਖਤ ਇਧਰੋਂ ਸਮਝ ਨਹੀਂ ਆਵੇਗੀ ਤੇ ਦਾਸ ਇਸ ਤੋਂ ਸਹਾਇਤਾ ਲਈ ਹੈ। ਮੈਂ ਆਪ ਜੀ ਨੂੰ ਦਿਖਾ ਰਿਹਾ ਕਿ ਤੁਸੀਂ ਇਸ ਪਾਸਿਓਂ ਸਹਾਇਤਾ ਲੈਣੀ, ਪਰ ਯਤਨ ਕਰਨਾ ਕਿ ਤੁਸੀਂ ਆਪ ਪੜੋ। ਇੱਥੋਂ ਪੜ੍ਹੀਏ, ਨਾ ਕਿ ਉੱਥੋਂ ਪੜ੍ਹ ਕੇ ਆਪਣਾ ਕੰਮ ਚਲਾ ਕੇ ਵਾਪਸ ਚਲੇ ਜਾਈਏ। ਤੇ ਫਿਰ ਦਾਸ ਨੇ ਇਹਨਾਂ ਪੁਸਤਕ ਦੀ ਸਹਾਇਤਾ ਦੇ ਨਾਲ ਇਸ ਸਾਰੇ ਦੇ ਵਿੱਚ ਉਹ ਲਾਏ ਜਿਹਨੂੰ ਆਪਾਂ ਕਹਿ ਦਿੰਦੇ ਹੁੰਦੇ ਆ ਕਿ 17 ਨੂੰ ਅੰਕ ਲਾ ਦਿੱਤੇ। ਇਸ ਇੱਕ ਓਂਕਾਰ ਵਾਲੀ ਨੂੰ ਦਾਸ ਨੇ 1 ਅੰਕ ਦਿੱਤਾ ਹੈ। ਆ ਫਿਰ 2 3 4 5 6 7 8 9 ਇਸ ਤਰ੍ਹਾਂ ਇਹ 13 ਅੰਕ ਹੋ ਗਿਆ ਤੇ 13 ਤੋਂ ਬਾਅਦ 14 ਇੱਥੇ ਨਹੀਂ ਆਵੇਗਾ ਇਸ ਪੱਤਰੇ ਤੇ। 14 ਇਸ ਅਗਲੇ ਪੱਤਰੇ ਦੂਜੇ ਤੇ ਹੈ। 14 ਤੋਂ ਲੈ ਕੇ 28 17 ਤੱਕ ਤੇ 29 ਤੋਂ ਲੈ ਕੇ 38 17 ਇੱਥੇ ਹਨ
ਔਰ ਮੈਂ ਆਪਣੀ ਸਹਾਇਤਾ ਵਾਸਤੇ ਤਾਂ ਕਿ ਮੈਨੂੰ ਉਲਝਣ ਨਾ ਪਵੇ 38 ਹੋ ਗਿਆ ਜੀ। ਹੁਣ 39ਵੀਂ ਸਤਰ ਜਿਹੜੀ ਹੈ ਉਹ ਹੈ ਇੱਥੇ, ਮੈਂ ਆਪ ਜੀ ਨੂੰ ਦੱਸਦਾ, ਆ ਹੈ ਜੀ, ਆ ਜਿੱਥੇ ਏਕੇ ਦੇ ਨਾਲ ਹੈ 39 40 41 42 ਤੇ ਸੱਜੇ ਪਾਸੇ 43 44 45 ਸਤਰ ਜਿਹੜੀ ਆ ਉਹ ਇਹਨਾਂ ਵਾਸਤੇ ਹੈ। ਤੇ ਫਿਰ ਇੱਥੇ 46 47 48 ਇਹ ਤਰੇ ਸਤਰਾਂ ਇੱਥੇ ਹਨ ਤੇ 48 ਸਤਰਾਂ ਹਨ ਇਸ ਦੀਆਂ। ਅਸੀਂ ਅੱਗੇ ਸਾਰੇ ਹੁਕਮਨਾਮਿਆਂ ਵਿੱਚ ਵੀ ਇਉਂ ਹੀ ਕਰਨ ਦਾ ਯਤਨ ਕਰਾਂਗੇ, ਕਿਉਂਕਿ ਉਹਦਾ ਲਾਭ ਇਹ ਹੁੰਦਾ ਹੈ ਕਿ ਜਦੋਂ ਅਸੀਂ ਅਧਿਐਨ ਕਰਾਂਗੇ ਤੇ ਆਪਾਂ ਇੱਕ ਦੂਜੇ ਨੂੰ ਕਹਿ ਸਕਦੇ ਹਾਂ ਕਿ ਜੋ ਪਹਿਲੇ ਹੁਕਮਨਾਮੇ ਦੀ 13ਵੀਂ ਸਤਰ 'ਚ ਆਹ ਚੀਜ਼ ਲਿਖੀ ਹੈ, ਤਾਂ ਸਾਥੀ ਸੰਗੀ ਜਾ ਕੇ ਦੇਖ ਸਕਦੇ ਹਨ ਔਰ ਆਪ ਜੀ ਦੇਖ ਲੈਣਾ। ਔਰ ਇੱਕ ਹੋਰ ਜਿਹੜੀ ਉਚਾਰਨ ਦੀ ਗੱਲ ਹੈ, ਇਸ ਸਾਰੇ ਹੁਕਮਨਾਮੇ ਨੂੰ ਮੈਂ ਯਤਨ ਕੀਤਾ ਕਿਉਂਕਿ ਬਹੁਤ ਵਾਰ ਪੜ੍ਹਿਆ। ਵਿਸ਼ੇਸ਼ ਤੌਰ ਤੇ ਗੁਰੂ ਹਰਗੋਬਿੰਦ ਜੀ ਦੇ ਜੋ ਨਾਮ ਵਾਲੇ 2 ਹੁਕਮਨਾਮੇ ਹਨ, ਉਹਨਾਂ ਵਿੱਚ ਜੋ ਸ਼ਬਦਾਂ ਦੇ ਨਾਲ ਸੁਰ ਚਿੰਨ੍ਹ ਹਨ, ਜਿਹਨੂੰ ਆਪਾਂ ਲਗਾਂ ਆਖਦੇ ਹਾਂ, ਉਹ ਲਗਾਂ ਪੂਰੀਆਂ ਨਹੀਂ। ਕਿਧਰੇ-ਕਿਧਰੇ ਕੁਝ ਐਸੇ ਵੀ ਥਾਂ ਹਨ ਕਿ ਲੋੜ ਤੋਂ ਜ਼ਿਆਦਾ ਵੀ ਬਹੁਤੀਆਂ ਵੀ ਲੱਗੀਆਂ, ਥੋੜ੍ਹੀਆਂ ਜਿਹੀਆਂ, ਪਰ ਬਹੁਤੀਆਂ ਘੱਟ ਹਨ। ਹੁਣ ਉਹਦਾ ਕਾਰਨ ਕੀ ਹੈ, ਮੈਂ ਉਹ ਕੋਈ ਨਿਰਣਾ ਨਹੀਂ ਦੇ ਸਕਾਂਗਾ, ਕਿਉਂਕਿ ਬਹੁਤ ਕੁਝ ਕਦੇ-ਕਦੇ ਐਸਾ ਲੱਗਦਾ ਹੈ ਕਿ ਹੁਕਮਨਾਮਾ ਜਿਵੇਂ ਨਹੀਂ ਵਾਰ-ਵਾਰ ਹੱਥਾਂ ਵਿੱਚ ਜਾ ਕੇ ਸਿਆਹੀ ਉੱਤੋਂ ਉੱਡ ਗਈ ਹੋਵੇ, ਐਸਾ ਵੀ ਮਹਿਸੂਸ ਹੋਇਆ। ਉਹ ਮੈਂ ਇੱਥੇ ਨਹੀਂ ਕਹਿ ਪਾਵਾਂਗਾ, ਪਰ ਤੁਸੀਂ ਦੇਖ ਲੈਣਾ ਜੋ ਮੈਂ ਬਾਤ ਕਹਿ ਰਿਹਾ, ਵਿਚਾਰ ਕਹਿ ਰਿਹਾ, ਤੁਸੀਂ ਦੇਖ ਲੈਣਾ। ਤੇ ਇੱਕ ਥੋੜਾ ਲਗਾਂ ਪਾਉਣ ਦਾ ਅਰਥ ਇਹ ਹੈ ਕਿ ਇੱਕ ਕਾਲ ਸੀ ਜਦੋਂ ਜਿਹੜੇ ਸਾਡੇ ਵਪਾਰੀ ਲੋਕ ਸਨ, ਉਹ ਆਪਣੀ ਗੱਲਬਾਤ ਬੋਲੀ ਵਿੱਚ ਜਿਹੜੇ ਸਨ ਉਹ ਜਿਹੜੇ ਅੱਖਰ ਤੇ ਲਿਖਦੇ ਸੀ ਪਰ ਲਗਾਂ ਨਹੀਂ ਸੀ ਪਾਉਂਦੇ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਦੂਸਰਾ ਇਵੇਂ ਉਹ ਸਮਝ ਲਵੇਗਾ। ਜਿਵੇਂ ਆਪਾਂ ਕਈ ਸ਼ਬਦ ਜਿਵੇਂ ਲਿਖ ਦਿੰਦੇ ਹਾਂ, ਹੁਣ ਅਸੀਂ ਇੱਥੇ ਬਹੁਤੀ ਵਾਰੀ ਆਪਣੀ ਜੋ ਗੁਰੂ ਨਾਨਕ ਸਿੱਖ ਸਭਾ ਇੰਕ ਹੈ, ਉਹਦਾ ਨਾਮ ਲਿਖਣ ਲੱਗਿਆ ਕੱਲਾ GNSS ਪਾ ਦਿੰਦੇ ਆ ਤੇ ਪਤਾ ਹੁੰਦਾ ਕਿ ਦੂਸਰੇ ਨੂੰ ਪਤਾ ਹੈ। ਹੁਣ ਐਸੇ ਕਈ ਸ਼ਬਦ ਹੋਰ ਵੀ ਇੰਟਰਨੈਟ ਤੇ ਪਏ ਹੋਣਗੇ, ਜਦੋਂ ਮੈਨੂੰ ਨਹੀਂ ਪਤਾ ਲੱਗਦਾ ਵੀ ਇਹਦਾ ਸਹੀ ਨਾਮ ਕੀ ਹੈ, ਤਾਂ ਆਪਾਂ ਇੰਟਰਨੈਟ ਤੇ ਉਹਦਾ ਉਹ ਵੇਖਦੇ ਹਾਂ ਕਿ ਇਹਦਾ ਪੂਰਾ ਨਾਮ ਕੀ ਹੈ। ਇੱਕ ਹੋਰ ਜਿਹੜੀ ਜ਼ਰੂਰੀ ਹੈ ਕਿ ਇਹ ਜਿਹੜੇ ਉਚਾਰਨ ਹਨ, ਜੋ ਉਸ ਕਾਲ ਦਾ ਵਿਆਕਰਨ ਹੈ, ਗੁਰੂ ਹਰਗੋਬਿੰਦ ਜੀ ਦਾ ਆਪਣਾ ਕਾਲ ਜੀਵਨ ਉਸ ਸਤਿਗੁਰੂ ਦੇ ਛਤਰ ਛਾਇਆ ਹੇਠ, ਉਸ ਗੁਰੂ ਦੀ ਗੋਦ ਵਿੱਚ, ਜਾਂ ਇੰਜ ਕਹਿ ਲਓ ਕਿ ਗੁਰੂ ਪਿਤਾ ਜੀ ਦੀ ਗੋਦ ਵਿੱਚ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸਰਣ ਗੋਦ ਵਿੱਚ, ਉਹਨਾਂ ਦੇ ਘਰ ਜੰਮੇ, ਉੱਥੇ ਵੱਡੇ ਹੋਏ, ਉੱਥੇ ਹੀ ਸਾਰਾ ਕੁਝ ਸਿੱਖੇ। ਤਾਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜੋ ਆਪਣੀ ਬੋਲੀ ਹੈ, ਉਹ ਸਾਰੀ ਦੀ ਸਾਰੀ ਉਹਦੇ ਪਿਤਾ ਵਾਲੀ ਹੈ, ਦਾਦਾ ਜੀ ਵਾਲੀ ਹੈ। ਤੇ ਮੈਂ ਇੱਥੇ ਨਹੀਂ ਖਲੋਵਾਂਗਾ ਕਿਉਂਕਿ ਸਿਰ ਅੜਾਉਣ ਦਾ ਜਾਂ ਵਾਦ ਵਿਵਾਦ ਬਹਿਸ ਦਾ ਵੇਲਾ ਨਹੀਂ ਆਪਣੇ ਪਾਸ, ਪਰ ਇਹ 100% ਤੈਅ ਹੈ, ਨਿਰਧਾਰਤ ਹੈ ਕਿ ਗੁਰਬਾਣੀ ਅੰਦਰ ਜਾਂ ਇਸ ਹੁਕਮਨਾਮੇ ਅੰਦਰ ਜਿਤਨੀਆਂ ਸੁਰ ਚਿੰਨ, ਜਿਹਨਾਂ ਨੂੰ ਆਪਾਂ ਲਗਾਂ ਕਹਿੰਦੇ ਹਾਂ, ਦਿਖਣ ਵਿੱਚ ਆਉਣਗੀਆਂ, ਉਹ ਉਚਾਰਨ ਦਾ ਭਾਗ ਹੁੰਦੀਆਂ ਹਨ। ਇਹ 100% ਨਿਰਮੂਲ ਹੈ ਕਿ ਇਹ ਨਹੀਂ ਉਚਾਰਨੀਆਂ ਚਾਹੀਦੀਆਂ, ਔਂਕੜ ਨਹੀਂ ਬੋਲਣਾ, ਸਿਹਾਰੀ ਨਹੀਂ ਬੋਲਣੀ, ਕਿਉਂਕਿ ਉਹਨਾਂ ਨੂੰ ਔਂਕੜ ਸਿਹਾਰੀ ਦਿਸਦੀ ਹੈ, ਪਰ ਮੈਨੂੰ ਔਂਕੜ ਸਿਹਾਰੀ ਨਹੀਂ ਦਿਸਦੀ। ਮੈਨੂੰ ਕੀ ਦਿਸਦਾ ਹੈ? ਖਾਲੀ ਸੁਰ ਚਿੰਨ ਨਹੀਂ ਦਿਸਦੇ, ਇਹ ਅਰਥ ਕਰਨ ਵਾਲੇ ਹਨ। ਇਹਨਾਂ ਤੋਂ ਬਿਨਾਂ ਬੋਲੀ ਵਿੱਚ ਅਰਥ ਹੀ ਨਹੀਂ ਹੋ ਸਕਦਾ। ਠੀਕ ਹੈ ਜੀ, ਮੈਂ ਇਹ ਕੁਝ ਗੱਲਾਂ ਇਹਦੇ ਵਿੱਚ ਹੋ ਸਕਦਾ ਹੈ ਕਿ ਉਚਾਰਨ ਸਹੀ ਨਾ ਰਹੇ ਕਿਉਂਕਿ ਲਗ ਮਾਤਰਾ ਨਹੀਂ ਹਨ, ਤਾਂ ਮੈਂ ਫਿਰ ਆਰੰਭ ਕਰਦਾ ਜੀ, ਸਹਿਜੇ ਸਹਿਜੇ ਤੁਸੀਂ ਨਾਲ ਰਹਿਣਾ। ਇੱਕ
ਕੂ ਓੰਕਾਰ ਗੁਰੂ ਸਾਤੀ। ਔਰ ਇੱਥੇ ਜਿੱਥੇ ਲਗ ਮਾਤਰ ਨਹੀਂ ਵੀ ਹੋਵੇਗੀ, ਦਾਸ ਉਸ ਕਾਲ ਦੇ ਵਿਆਕਰਨ ਅਨੁਸਾਰ ਹੀ ਉਚਾਰਨ ਕਰੇਗਾ, ਕਿਉਂਕਿ ਕੋਈ ਬੋਲੀ ਦਾ ਲਿਖਣ ਵਿੱਚ ਤੇ ਆਪਾਂ ਛੱਡ ਸਕਦੇ ਹਾਂ, ਪਰ ਉਚਾਰਨ ਵਿੱਚ ਨਹੀਂ ਛੱਡਿਆ ਜਾ ਸਕਦਾ। ਜਿਹੜਾ ਮਰਜ਼ੀ ਬੋਲ ਕੇ ਦੇਖ ਲੈਣਾ, ਤੁਸੀਂ ਬੋਲਣ ਵਿੱਚ ਕੁਝ ਨਹੀਂ ਛੱਡ ਸਕਦੇ, ਕਿਉਂਕਿ ਫਿਰ ਅੱਗੇ ਸੰਦੇਸ਼ ਨਹੀਂ ਜਾਂਦਾ। ਤੇ ਮੈਂ ਉਸੇ ਤਰ੍ਹਾਂ ਬੋਲਣ ਦਾ ਯਤਨ ਕਰਾਂਗਾ, ਫਿਰ ਵੀ ਕਿਧਰੇ ਉਕਾਈ ਰਹੇਗੀ, ਕਿਉਂਕਿ ਮੈਂ ਨਕਲ ਜਿਹੀ ਨਹੀਂ ਮੇਰੇ ਪਾਸੋਂ ਹੋਣੀ, ਜਾਂ ਮੈਂ ਕਿਸੇ ਦਾ ਪੜ੍ਹਿਆ ਲਿਖਿਆ ਨਹੀਂ ਬੋਲ ਸਕਦਾ। ਤੇ ਠੀਕ ਹੈ ਜੀ, ਖਿਮਾ ਕਰਨਾ, ਮੈਂ ਬਾਰ-ਬਾਰ ਆਰੰਭ ਕਰਦਾ ਹਾਂ। ਇਹ ਆਰੰਭ ਹੈ ਜਿਹੜਾ ਹੁਕਮਨਾਮੇ ਦਾ। ਔਰ ਇੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਹੀਂ ਲਿਖਿਆ, ਔਰ ਨਾ ਹੀ ਸਾਰੇ ਹੁਕਮਨਾਮਿਆਂ ਦੇ ਅੰਦਰ ਦਾਸ ਨੇ ਦੇਖਿਆ ਹੈ, ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੇ ਹੋਏ ਹਨ। ਇੱਕ ਹੋਰ ਸੱਜਣ ਨਵੀਂ ਪੁਸਤਕ ਛਾਪ ਰਹੇ ਹਨ, ਉੱਥੇ ਦੇਖਾਂਗੇ ਉਹਦੇ ਵਿੱਚ ਹੁਕਮਨਾਮੇ ਜ਼ਿਆਦੇ ਹਨ, ਪਰ ਮੈਨੂੰ ਕਿਧਰੇ ਨਹੀਂ ਦਿਸਿਆ। ਤਾਂ ਗੁਰੂ ਜੀ, ਆਪਾਂ ਆਰੰਭ ਕਰਦੇ ਹਾਂ ਇੱਥੇ। ਇਹੋ ਹੀ, ਇਸ ਨੂੰ ਆਪਾਂ ਮੰਗਲਾਚਰਨ ਵੀ ਆਖਦੇ ਹਾਂ ਇਸ ਦੀ ਵਿਆਕਰਨ ਦੀ ਭਾਸ਼ਾ ਵਿੱਚ। ਤੇ ਬਹੁਤੀ ਵਾਰ ਸਾਡੇ ਵਿੱਚ ਸੰਖੇਪ ਮੂਲ ਮੰਤਰ ਆਖਦੇ ਹਾਂ, ਜੋ ਗੁਰਬਾਣੀ ਵਿੱਚ ਹਨ, ਪਰ ਇਸ ਹੁਕਮਨਾਮੇ 'ਚ ਲਿਖਿਆ ਹੋਇਆ ਇੱਕ ਓੰਕਾਰ ਗੁਰੂ ਸਾਤੀ। ਇਸ ਤੋਂ ਅੱਗੇ ਚੱਲਦੇ ਹਾਂ। ਹੁਕਮਨਾਮੇ ਦਾ ਆਰੰਭ ਇਸ ਦੂਜੀ ਸਤਰ ਤੋਂ ਹੋ ਰਿਹਾ। ਭਾਈ ਜਾਪ, ਭਾਈ ਗੁਰਦਾਸ। ਹੁਣ ਆਪ ਜੀ ਨੂੰ ਵਿਆਕਰਨ ਦਾ ਇੱਕ ਸੰਖੇਪ ਜਿਹਾ ਇੱਕ ਨੇਮ ਇੱਥੇ ਦੱਸ ਦਿੰਦਾ ਹਾਂ। ਜੇ ਤਾਂ ਵਾਕ ਵਿੱਚ ਕਰਤਾ ਹੋਵੇ, ਫਿਰ ਵੀ ਭਾਈ ਜਾਪੂ ਪੂ ਆ ਸਕਦਾ ਹੈ। ਜੇ ਕਰਮ ਰੂਪ ਹੋਵੇ, ਫਿਰ ਵੀ ਜਾਪੂ ਆ ਸਕਦਾ ਹੈ। ਪਰ ਜੇ ਸੰਬੋਧਨ ਰੂਪ ਹੋਵੇ, ਇਹ ਸ਼ਬਦ ਸੰਬੋਧਨ ਰੂਪ ਹੋਵੇ, ਤੇ ਫਿਰ ਇਹ ਭਾਈ ਜਾਪ, ਫਿਰ ਪ ਹੋ ਸਕਦਾ ਹੈ। ਜੋ ਪਿਛਲਾ ਨਾਮ ਹੈ ਨਾ, ਜਾਪੂ ਜਾਂ ਜਾਪ, ਜੋ ਅੰਤਲਾ ਬੋਲ ਹੈ ਪ ਜਾਂ ਪੂ, ਇਹ ਹੋ ਸਕਦਾ ਹੈ। ਪਰ ਇਹ ਕਿਸ ਤਰ੍ਹਾਂ ਲਿਖਿਆ ਹੋਵੇ, ਮੈਂ ਇੰਨਾ ਡੂੰਘਾ ਨਹੀਂ ਜਾ ਪਾਇਆ। ਪਰ ਜੇ ਇਹ ਕਰਮ ਰੂਪ ਹੈ, ਤਾਂ ਫਿਰ ਉਹ ਰਹੇਗਾ ਸਾਰਿਆਂ ਪਿੱਛੇ। ਔਰ ਕੁਝ ਐਸੇ ਥਾਵਾਂ ਨੇ ਜਿੱਥੇ ਜਾ ਕੇ ਇਹ ਪੂਰਾ ਦਿਸਦਾ ਵੀ ਹੈ। ਇਹਦੇ ਚ ਅੱਗੇ ਜਾ ਕੇ ਇਸ ਵਿੱਚ ਆਵੇਗਾ ਭਾਈ ਜਾਪੂ, ਭਾਈ ਗੁਰਦਾਸੂ, ਭਾਈ ਲਾਲ। ਇੱਥੇ ਲਾਲ ਸੰਬੋਧਨ ਰੂਪ ਲੱਗਦਾ ਹੈ। ਭਾਈ ਸੰਗਤੀਏ, ਭਾਈ ਅਨਤੇ, ਭਾਈ ਸਾਮਦਾਸ, ਭਾਈ ਨੱਥਾ। ਹੋ ਸਕਦਾ ਕਿ ਉਹ ਜਿਵੇਂ ਸੰਗਤੀਏ ਲਿਖਿਆ, ਨੱਥੇ ਲਿਖਿਆ ਹੋਵੇ, ਪਰ ਉਹ ਲੱਗ ਮਿਟ ਗਈ ਹੋਵੇ। ਆਪ ਜੀ ਮੇਰੀ ਇਹ ਗੱਲ ਨੂੰ ਕੀ ਕਹਿੰਦੇ ਨੇ ਕਿ ਅੱਖੋਂ ਪਰੋਖੇ ਕਰਦੇ ਨਾ, ਆਪਾਂ ਸਮਝਣ ਲੱਗੇ ਹਾਂ ਕਿ ਹੋਰ ਬਹੁਤ ਕੁਝ ਵੀ ਵਿੱਚ ਹੈ। ਆਪ ਜੀ ਸੁਧਾਈ ਕਰ ਸਕੋ ਤੇ ਕਰ ਲੈਣਾ, ਮੇਰਾ ਉਸ ਵਿੱਚ ਕੋਈ ਦਾਵਾ ਨਹੀਂ ਹੈ ਇਸ ਹਰ ਗੱਲ ਉੱਤੇ। ਭਾਈ ਬਨਵਾਲੇ, ਭਾਈ ਨਾਨਾ, ਭਾਈ ਗੱਜੂ ਭਾਨ, ਭਾਈ ਸੇਠ। ਇਹ ਸੇਠ ਸ਼ਬਦ ਹੈ, ਫਿਰ ਆਵਾਂਗੇ ਕਦੀ। ਭਾਈ ਸੇਠ, ਮੈਂ ਥੋੜਾ ਇੱਥੇ ਪਿਆ ਹੋਇਆ, ਮੈਨੂੰ ਇੱਥੋਂ ਸਹਾਇਤਾ ਲੈ ਲੈਣਾ। ਇਹ ਸ਼ਬਦ ਭਾਈ ਸੇਠ, ਇਹ ਸਤਰ ਚੌਥੀ ਹੈ। ਹਾਂ, ਭਾਈ ਸੇਠ ਵੱਖਰਾ ਲਿਖਿਆ ਹੋਇਆ ਹੈ, ਅੱਗੇ ਲਿਖਿਆ ਹੋਇਆ ਜੈਤਾ। ਜੈਤਾ ਵੱਖਰਾ ਨਾਮ ਹੈ। ਭਾਈ ਭਾਈ ਮਥਰੇ, ਮ
ਮਥਰੇ। ਪਰ ਤੁਸੀਂ ਦੇਖਿਆ ਨਾ ਕਿ ਥ ਉੱਤੇ ਵੀ ਜਿਵੇਂ ਲਿਖਿਆ ਹੋਵੇ ਮਥੇਰੇ, ਇੰਜ ਕਰਕੇ ਲੱਗਦਾ ਪਿਆ। ਪਰ ਆਪਾਂ ਮਥਰੇ, ਅੱਗੇ ਫਿਰ ਆ ਗਿਆ ਅਨਤੇ, 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 भाई हरि राम, भाई केवले, ਰਾਮ ਨਾਲ ਜੁੜਿਆ ਹੋਵੇਗਾ। ਭਾਈ ਮੈਂ ਦੇਖ ਲੈਣਾ ਸਾਥ ਵਿੱਚ। ਹਾਂ, ਭਾਈ ਕੇਵਲ ਰਾਮ, भाई राम राऊ, भाई दरगाह, ਅੱਗੇ ਕੇਸੂ, ਉਹ ਇਹਦੇ ਨਾਲ ਜੁੜਿਆ ਹੋ ਸਕਦਾ। ਭਾਈ ਦਰਗਾਹ ਕੇਸੂ, भाई मनहारी, भाई पखरिए, भाई जग जीवनु। आज जिवें मैं आप जी आख्या ना कि ये सारे शब्द जितने नाम ਹਨ ਇਹਨਾਂ ਦੇ ਤ੍ਰੈ ਕੁ ਰੂਪ ਹੀ ਵਿਆਕਰਣ ਅਨੁਸਾਰ ਜਦੋਂ ਅਰਥ ਕਰਨੇ ਹਨ ਰਹਿਣਗੇ। ਅਤੇ ਦੇਖੋ ਜੇ ਹੁਣ ਇੱਥੇ ਜਿਵੇਂ ਮੈਂ ਆਪ ਜੀ ਨੂੰ ਕਿਹਾ ਸੀ ਕਿ ਕੁਝ ਥਾਵੇਂ ਪੂਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਭਾਈ ਜਗ ਜੀਵਨ ਨੂੰ, ਭਾਈ ਮੈਂ ਕਿਉਂਕਿ ਘਸੇ ਹੋਏ ਮਿਟੇ ਹੋਏ ਕੁਝ ਐਸੇ ਥਾਵਾਂ ਹਨ। भाई राम राई, भाई गोपी, भाई कृपाले, ਜਿਹਨੂੰ ਆਪਾਂ ਕਿਰਪਾਲੇ ਕਹਦੇ ਕਹਿ ਸਕਦੇ ਹਾਂ। ਭਾਈ ਕਿਰਪਾਲੇ, ਭਾਈ ਬਨਾਰਸੀਏ, ਇਹ ਸ਼ਬਦ ਹੈ ਕਲਿਆਣੇ। ਅੱਗੇ ਹੈ ਭਾਈ ਗੰਗੇ, ਜਗ ਜੀਵਨ, ਭਾਈ ਬਾਲੇ, ਸੁਕੇਰ। ਹਾਂ, ਇਹ ਮੇਰੇ ਪਾਸ ਖੱਬੇ ਪਾਸੇ ਪਾਠ ਲਿਖਿਆ ਹੋਇਆ ਹੈ ਜੋ ਡਾਕਟਰ ਗੰਡਾ ਸਿੰਘ ਜੀ ਨੇ ਛਾਪਿਆ। ਮੈਂ ਥੋੜਾ ਉੱਥੋਂ ਸਹਾਇਤਾ ਲੈ ਲੈਂਦਾ ਹਾਂ। ਜੈ ਰਾਮ, ਹਰਿ ਦੇ ਰਾਮ, ਡੇਡੇ, ਬਿਹਾਰੀ, ਦਿਆਲੇ, ਬਲ, ਜਗਦੇਸ, ਇਹ ਇਹਨਾਂ ਨੇ ਇਸ ਤਰ੍ਹਾਂ ਲਿਖਿਆ ਹੋਇਆ ਕਿ ਜਗਦੇਸ ਮਹੇਸੇ, ਚੇਤੂ, ਚੇਤੂ, ਤੂੰ ਦੀਰਘ ਨਹੀਂ ਕਰਨਾ। ਮੇਰੇ ਮੁੱਖ ਚ ਪਹਿਲਾਂ ਉਹ ਦੀਰਘ ਹੋ ਗਿਆ, ਚੇਤੂ ਉਹ ਦੀਰਘ ਹੋ ਗਿਆ, ਚੇਤੂ, ਕਲਿਆਣੇ, ਉੱਤਮ, ਦਿਆਲ ਚੱਢਾ, ਉੱਤਮ ਹਰੂ ਦੁਆਰੇ, द्वारका दासु, मोहन दासु, निहाल। अगे है गोपी, सुंदरु, संगतिये, जापू, सुंदर गुरदासु, बासु वो भी नाल ही है। सुंदर गुरदास बासु, किसन, धर्म, परथी मल, पिरथी नहीं हो सकता थे सियारी होवे, पिरथी मल, दरगाह मल, हरिदास, फिरंदो, राऊ। ਇੱਥੇ ਤੱਕ ਨਾਮ ਹਨ। ਅਗਲੇ ਪੰਨੇ ਤੇ ਆਪਾਂ 13ਵੀਂ ਸਤਰ ਪੜ੍ਹੀ ਹੈ, 14ਵੀਂ ਤੇ ਚੱਲਦੇ ਹਾਂ।
14वीं सत्र है। करतार, करतार वाचनी। करतार, करतार वाचनी। गुरु तुसाडी लाज रखगू। गे नहीं है, गू, रखगू। गुरु, गुरु जपना। इत्थे गुरु रू लघु है, दूजी थावें गुरु रू दीर्घ है। गुरु, गुरु जपना। जन्म सबरू। जिवें मैं आप जी ਨੂੰ ਕਿਹਾ ਸੀ ਨਾ ਕਿ ਕਿਸੇ ਥਾਵੇਂ ਥੋੜਾ ਵੱਧ ਲੱਗੀਆਂ ਨੇ। ਹੁਣ ਇੱਥੇ ਸੇਵ ਤੇ ਜਿਹੜਾ ਰੂ ਹੈ ਉਹਨੂੰ ਥੱਲੇ ਦੋ ਦੀਰਘ ਸੁਰ ਲੱਗਾ ਤੇ ਉੱਤੇ ਏ ਦੀ ਵੀ ਲੱਗੀ ਹੋਈ ਹੈ। ਪਤਾ ਨਹੀਂ ਹੈ, ਪਰ ਇਹ ਹੈ ਕਿ ਜਨਮ ਸਬਰੂ। ਅੱਗੇ ਸੰਗਤੀ ਦੀ, ਮੈਂ ਸੰਗਤ ਨਹੀਂ ਕਿਹਾ ਕਿਉਂਕਿ ਸੰਗਤ ਸ਼ਬਦ ਉਸ ਕਾਲ ਵਿੱਚ ਪ੍ਰਚਲਿਤ ਨਹੀਂ ਸੀ। ਮੈਂ ਇੱਥੇ ਨਹੀਂ ਰੋਕਾਂਗਾ, ਮੈਂ ਪੜ੍ਹਦਾ ਹਾਂ ਜੀ। ਸੰਗਤੀ ਦੀ ਕਾਮਨਾ ਗੁਰੂ पूरी करेगा। मैं देखदा साथ विच क्योंकि उस काल विच मैं फिर थोड़ा कर सकांगा। गुरु पूरी करेगा संगति दा, क्योंकि इत्थे असल च करेगा मैं बोलिया है पर उत्ते ला लगी है करेगी। मैनू क्योंकि कई चीज़ां मिटियां हुई ने, बहुत स्पष्ट नहीं है, पर फिर भी आप जी भाव समझ लेना। संगति दा रुजगारू होगू। अगे आरंभ हुंदा है एक दासी रहना। एक दासी रहना। मास मच्छी दे नेड़े नाही आवने। इत्थे बहुत साफ लिखा होया, मास मच्छी दे नेड़े नाही आवने। किस मनोरथ ਲਈ ਲਿਖਿਆ, ਕਿਵੇਂ ਲਿਖਿਆ, ਅਜੇ ਮੈਂ ਬਹੁਤ ਡੂੰਘਾ ਇਹਦੇ ਵਿੱਚ ਨਹੀਂ ਗਿਆ। ਪਰ ਕੁਝ ਐਸੀਆਂ ਚੀਜ਼ਾਂ ਆਪ ਜੀ, ਜਿਵੇਂ ਨਹੀਂ ਹੁੰਦਾ ਵੀ ਇੱਥੇ ਕੋਈ ਚੀਜ਼ ਸਾਡੇ ਤੋਂ ਸਪਸ਼ਟ ਨਹੀਂ ਹੋਈ, ਪਰ ਅਸੀਂ ਹੁਕਮਨਾਮਿਆਂ ਦਾ ਪੂਰਾ ਅਧਿਐਨ ਕਰ ਰਹੇ ਹਾਂ। ਜਦੋਂ ਪੂਰਾ ਅਧਿਐਨ ਮੰਨ ਲਓ ਆਪਾਂ ਕੋਈ 30 40 50 60 ਹੁਕਮਨਾਮੇ ਪੜ੍ਹ ਲਵਾਂਗੇ, ਫਿਰ ਆਪ ਜੀ ਨੂੰ ਜਿਹੜੀ ਰੂਪ ਰੇਖਾ ਹੈ, ਜੋ ਵਸਤੂ ਹੈ, ਜੋ ਤੱਤ ਹੈ, ਜੋ ਵਿਸ਼ਾ ਹੈ, ਉਹ ਸਪਸ਼ਟ ਹੋ ਜਾਏਗਾ। ਅੱਗੇ ਹੈ ਸੰਗਤੀ ਦੀ ਚੀਰ ਪਹੁਤੀ। ਚੀਰ ਗੁਰਬਾਣੀ ਵਿੱਚ ਵੀ ਚੀਰੀ ਸ਼ਬਦ ਹੈ, ਜਿਹਨੂੰ ਅੱਜ ਦੀ ਬੋਲੀ 'ਚ ਚਿੱਠੀ ਆਖਦੇ ਹਨ। ਹੁਣ ਲਿਖਿਆ ਜਾ ਰਿਹਾ ਹੈ ਕਿ ਸੰਗਤੀ ਦੀ ਚਿੱਠੀ ਪਹੁੰਚੀ। ਪਹੁਤੀ, ਪਹੁਤੀ ਸ਼ਬਦ ਅੱਜ ਪਹੁਤੀ ਨਹੀਂ ਬੋਲਦੇ, ਅੱਜ ਪਹੁੰਚੀ ਬੋਲਦੇ ਹਾਂ। ਹਕੀਕਤੀ ਸਭ ਮਾਲੂਮ ਹੋਈ। ਸੰਗਤੀ ਦੀ मनसा पूरी होगू। गुरु दी आज्ञा है।
ਸੰਗਤੀ ਸਰਬਾਤੀ ਇੱਕ ਮਜੂਤੀ ਹੋਹੇ ਤਿਵੇਂ ਰਹਿਣਾ। ਕੁਝ ਐਸੇ ਸ਼ਬਦ ਹਨ ਜੋ ਉਸ ਕਾਲ ਵਿੱਚ ਪ੍ਰਚਲਿਤ ਸਨ, ਸਿੱਖ ਸੰਗਤਾਂ ਵਿੱਚ, ਪੰਜਾਬੀਆਂ ਵਿੱਚ, ਤੇ ਜਿੱਥੇ ਭੇਜਿਆ ਜਾ ਰਿਹਾ ਹੁਕਮਨਾਮਾ ਉਹਨਾਂ ਵਿੱਚ ਪ੍ਰਚਲਿਤ ਸੀ। ਪਰ ਉਹ ਕੁਝ ਸ਼ਬਦ ਐਸੇ ਹੋਏ ਕਿ ਜੋ ਅੱਗੇ ਸਾਹਿਤ ਵਿੱਚ ਜਾਂ ਬੋਲੀ ਵਿੱਚ ਨਹੀਂ ਆਏ। ਉਹ ਜਿਹੜੇ ਅੱਗੇ ਬੋਲੀ ਵਿੱਚ ਨਹੀਂ ਗਏ ਜਾਂ ਸਾਹਿਤ ਵਿੱਚ ਆਏ, ਉਹਨਾਂ ਨੂੰ ਸਮਝਣਾ ਕਠਿਨ ਹੋ ਜਾਂਦਾ ਹੈ। ਪਰ ਇਹ ਕੁਝ ਸ਼ਬਦ ਡਾਕਟਰ ਗੰਡਾ ਸਿੰਘ ਜੀ ਨੇ ਉਹਨਾਂ ਦੇ ਅਰਥ ਦਿੱਤੇ ਵੀ ਹੋਏ ਹਨ ਉਸੇ ਪੁਸਤਕ ਦੇ ਪਿੱਛੇ ਜਾ ਕੇ। ਤਾਂ ਮਜੂਤ ਸ਼ਬਦ ਜਿਹੜਾ ਹੈ, ਇਹਦਾ ਅਰਥ ਦਾਸ ਨੇ ਇੱਥੇ ਲਿਖਿਆ ਹੈ ਉਥੋਂ ਲੈ ਕੇ। ਹਾਂ, ਮਜੂਤੀ ਆਗਿਆ ਸਲਾਹ, ਇਹ ਡਾਕਟਰ ਗੰਡਾ ਸਿੰਘ ਜੀ ਦੀ ਪੁਸਤਕ ਵਿੱਚੋਂ ਲਿਆ ਹੈ। ਤਾਂ ਇਹ ਲਿਖਿਆ ਹੈ ਇੱਥੇ ਜੀ ਕਿ ਸਰਬਾਤੀ ਇੱਕ ਮਜੂਤ ਹੋਏ ਤਿਵੇਂ ਰਹਿਣਾ। ਭਾਵ ਇਹ ਹੈ ਕਿ ਜਿਵੇਂ ਆਪ ਜੀ ਨੂੰ ਸਲਾਹ ਦਿੱਤੀ ਜਾਵੇ, ਆਗਿਆ ਕੀਤੀ ਜਾਵੇ, ਤੁਸੀਂ ਉਵੇਂ ਕਰਨਾ। ਜਿਵੇਂ ਇਹਦੇ ਚ ਆਖਿਆ ਨਾ ਕਿ ਤੁਸੀਂ ਇੱਕ ਮਤਲਬ ਸਰਬੱਤ ਸੰਗਤ ਨੇ ਇੱਕ ਦਾਸੀ ਰਹਿਣਾ। ਜਿਵੇਂ ਦਾਸ ਰੂਪ ਹੁੰਦਾ ਹੈ ਨਾ, ਸਾਰਿਆਂ ਨੇ ਨਿਮਰਤਾ ਭਾਵ ਦਾਸ ਰੂਪ ਚ ਰਹਿਣਾ, ਤਿਵੇਂ ਰਹਿਣਾ। ਅੱਗੇ ਹੈ, ਅੱਗੇ ਕੀ ਹੈ? ਜਪੇ ਗੁਰਦਾਸ ਨਾਲ ਲਾਗ ਰਹਿਣਾ। ਹੁਕਮਨਾਮੇ ਦੇ ਆਰੰਭ ਦੇ ਵਿੱਚ ਇਹਨਾਂ ਦੋਹਾਂ ਗੁਰੂ ਪਿਆਰਿਆਂ ਦਾ ਨਾਮ ਹੈ। ਭਾਈ ਜਾਪ, ਭਾਈ ਗੁਰਦਾਸ, ਇਹ ਇੱਕ ਹੀ ਹੈ। ਮੈਂ ਦੁਬਾਰਾ ਆ ਜਾਣਾ ਇੱਥੇ। ਤੇ ਹੁਕਮਨਾਮਾ ਜਿਹੜਾ ਆਰੰਭ ਹੈ, ਉਸਦੇ ਆਰੰਭ ਵਿੱਚ ਦੋਹਾਂ ਦਾ ਨਾਮ ਹੈ। ਦੇਖੋ ਨਾ, 72 ਵਿੱਚ ਭਾਈ ਜਾਪ, ਭਾਈ ਗੁਰਦਾਸ, ਤੇ ਇਹਨਾਂ ਦੋਹਾਂ ਦਾ ਨਾਮ ਹੈ। ਇਸ ਦਾ ਅਰਥ ਇਹ ਹੈ ਕਿ ਉਸ ਕਾਲ ਵਿੱਚ ਜੋ ਸੰਗਤ ਸੀ, ਉਸ ਦੇ ਇਹ ਜਿਹੜੇ ਸੀ ਮੁਖੀ ਸਨ ਗੁਰੂ ਜੀ ਵੱਲੋਂ। ਤੇ ਲਿਖਿਆ ਹੋਇਆ ਕਿ ਜਪੇ ਗੁਰਦਾਸ ਨਾਲ ਲਾਗ ਰਹਿਣਾ, ਕਾਰਵਾਰ ਇਹਨਾਂ ਨੂੰ ਦੇਦਿਆ ਰਹਿਣੇ। ਕਾਰਵਾਰ ਦਾ ਅਰਥ ਇਹ ਹੈ ਕਿ ਜੋ ਜਿਸ ਨੂੰ ਅੱਜ ਆਪਾਂ ਸ਼ਬਦ ਵਰਤਦੇ ਨੇ, ਕਾਰ ਭੇਟਾ। ਕਿਰਤਕਾਰ ਵਿੱਚੋਂ ਜੋ ਦਸਵੰਧ ਰੂਪ ਵਿੱਚ ਸਿੱਖ ਲੋਕ ਦਿੰਦੇ ਸੀ, ਜੋ ਵੀ ਹੁੰਦਾ ਸੀ, ਕਿ ਇਹਨਾਂ ਨੂੰ ਦੇਂਦਿਆ ਰਹਿਣਾ। ਸੰਗਤੀ ਉੱਪਰ ਹੀ, ਇਸੇ ਪਾਠ ਤੇ ਫਿਰ ਆਵਾਂਗੇ, ਬਹੁਤ ਕੁਝ ਇਹਦੇ ਵਿੱਚੋਂ ਸਿੱਖਣਾ ਹੈ। ਸੰਗਤੀ ਉੱਪਰ ਹੀ ਗੁਰੂ ਦੀ ਖਰੀ ਖੁਸ਼ੀ ਹੈ। ਖਰੀ ਖੁਸ਼ੀ, ਅੱਜ ਖਰੀ ਸ਼ਬਦ ਪ੍ਰਚਲਿਤ ਇੰਨਾ ਜ਼ਿਆਦਾ ਨਹੀਂ ਹੈ। ਆਪਾਂ ਬੋਲਾਂਗੇ ਬਹੁਤ ਖੁਸ਼ੀ, ਕਿ ਸੰਗਤ ਉੱਤੇ ਗੁਰੂ ਦੀ ਬਹੁਤ ਖੁਸ਼ੀ। ਸੰਗਤੀ ਦਾ ਰੁਜ਼ਗਾਰੂ ਹੋਗੂ। ਸੰਗਤੀ ਆਪ ਵਿੱਚ ਇਕੱਤੂ ਕਰਨਾ, ਕਿ ਇਹ ਸੰਗਤ ਆਪਣੇ ਆਪ ਵਿੱਚ ਤੁਸੀਂ ਇਕੱਠ ਰੱਖਣਾ। ਸੰਗਤੀ ਦੇ ਸੰਗਤੀ, ਮੈਨੂੰ ਖਿਮਾ ਕਰਨਾ ਜੀ, ਮੈਂ ਕਈ ਚੀਜ਼ਾਂ ਸਹੀ ਨਹੀਂ ਪੜ੍ਹੀਆਂ ਜਾਂਦੀਆਂ। ਹਾਂ, ਦੁਬਾਰਾ ਲਿਖਿਆ ਹੈ, ਸੰਗਤੀ ਦੀ ਖਰੀ ਖੁਸ਼ੀ। ਅੱਗੇ ਹੈ, ਗੁਰੂ ਦੀਨਾ ਦੇ ਹੋਦੇ ਹੈ। ਭਾਵ ਕਿ ਗੁਰੂ ਨਿਮਰਤਾ ਭਾਵ ਵਾਲੇ ਜੀਵਾਂ ਦਾ ਹੁੰਦਾ ਹੈ। ਦੀਨਾ ਦਾ ਅਰਥ ਕੰਗਾਲ ਨਹੀਂ ਹੁੰਦਾ, ਨਿਮਰਤਾ ਭਾਵ ਵਾਲਾ। ਸਭ ਮੇਰੇ ਪੁੱਤ ਹੈ ਨਹੀਂ, ਸਾਰੇ ਮੇਰੇ ਪੁੱਤਰ ਹਨ। ਸਭਨਾ ਇੱਕ ਤੇ ਜੀਏ ਹੋਣਾ, ਸਾਰਿਆਂ ਨੇ ਇੱਕ ਜੀ ਬਣ ਕੇ ਰਹਿਣਾ। ਨਹੀਂ ਆਪਾਂ ਜਿਵੇਂ ਕਹਿੰਦੇ ਕਿ ਇੱਕ ਜਿੰਦ ਜਾਨ ਬਣ ਕੇ ਰਹਿਣਾ, ਇੱਕ ਰੂਹ ਬਣ ਕੇ ਰਹਿਣਾ। ਅੱਗੇ, ਕਾਰ ਵਾਰਲੇ ਦੀ ਹੱਥ ਲਿਖ ਭੇਜੀ ਹੈ।
ਹੇਈ। ਮੈਂ ਫਿਰ ਥੋੜਾ ਦੇਖ ਲੈਂਦਾ ਵਾਂ ਮੇਰੇ ਤੋਂ ਜਿੰਨਾ ਕੁ ਸਹੀ ਹੋ ਸਕਦਾ ਹੈ। ਅੱਗੇ ਜਿਵੇਂ ਨਾ ਕਹਿੰਦਾ ਕਿ ਅੱਗੇ ਗੱਲ ਇਹ ਹੈ, ਕਾਰ ਵਾਰਲੇ ਦੇ ਹੱਥ ਲਿਖ ਭੇਜੀ ਹੇਈ। ਭਾਵ ਕਿ ਤੁਹਾਡੇ ਪਾਸ ਇੱਕ ਸੇਵਾਦਾਰ ਆਇਆ, ਉਹਦੇ ਹੱਥ ਲਿਖ ਕੇ ਕੁਝ ਭੇਜਿਆ ਹੋਇਆ ਹੈ। कारवार जो करनी है ਉਹ ਸਭ ਕਾਰੀ ਭੇਜਣੀ, ਜੋ ਲਿਖ ਕੇ ਭੇਜੀ ਹੈ ਉਹ ਆਪ ਜੀ ਨੇ ਕਰਕੇ ਭੇਜਣੀ। ਮੈਂ ਬੋਲੀ ਵਿੱਚ ਭੇਜਣੀ ਸ਼ਬਦ ਮੇਰਾ ਬਚਪਨ ਦਾ ਹੈ, ਪੰਜਾਬੀ ਜਿਵੇਂ ਆਪਾਂ ਬੋਲਦੇ ਹਾਂ, ਪਰ ਬਹੁਤ ਲੰਬੀ ਬਾਤ ਹੈ। ਮੈਂ ਫਿਰ ਹੌਲੀ ਹੌਲੀ ਸਹਿਜੇ ਸਹਿਜੇ ਭ ਨੂੰ ਮੈਂ ਭ ਕਰਕੇ ਬੋਲਣ ਦਾ ਯਤਨ ਕਰਦਾ ਪਿਆ। ਇਹ 5 ਬੋਲ ਹਨ ਪੰਜਾਬੀ ਦੇ। ਅੱਗੇ ਹੈ ਕੀ ਲਿਖਿਆ, ਇਲਾਇਚੇ ਮੁੱਲ ਦਹਾ। ਇਲਾਇਚੇ ਅੱਜ ਬੋਲੀ ਵਿੱਚ ਨਹੀਂ ਰਿਹਾ, ਪਰ ਦਾਸ ਨੇ ਮਹਾਨ ਕੋਸ਼ਿਸ਼ ਚ ਦੇਖ ਲਿਆ ਕਿ ਇਲਾਇਚੇ ਲਾਚਾ ਕਿਹਾ ਜਾਂਦਾ ਹੈ। ਇਹ ਸਭ ਮੇਰੇ ਬਚਪਨ ਵਿੱਚ ਕਦੇ ਕਦੇ ਸ਼ਬਦ ਬੋਲਿਆ ਜਾਂਦਾ ਸੀ, ਲਾਚਾ। ਮੋਟੀ ਬੁਣਤੀ ਦੀ ਚਾਦਰ ਜਿਸ ਦੇ ਸਿਰਿਆਂ ਪੁਰ ਸੁਰਖ ਸੂਤ ਜਾਂ ਰੇਸ਼ਮ ਦੇ ਪੱਲੇ ਹੁੰਦੇ ਹਨ। ਹੁਣ ਸੁਰਖ ਸ਼ਬਦ ਮੇਰੇ ਕਾਲ ਵਿੱਚ ਹੁੰਦਾ ਸੀ, ਪਰ ਅੱਗੇ ਹੁਣ ਇਹ ਬੋਲੀ ਵਿੱਚੋਂ ਨਹੀਂ ਰਿਹਾ, ਤੇ ਸੁਰਖ ਦਾ ਅਰਥ ਲਾਲ ਹੁੰਦਾ ਹੈ। ਇਲਾਇਚੇ ਮੁੱਲ ਦਹਾ, ਦਹਾ ਦਾ ਅਰਥ 10 ਹੈ, ਪਰ ਅੱਗੇ ਫਿਰ ਦੁਬਾਰਾ ਇਹੋ ਹੀ 10 ਦੋ ਰੂਪਾਂ 'ਚ ਲਿਖਿਆ ਹੈ, 10 ਤੇ 10। ਮੈਥੇ ਭੇਜਨੇ, ਮੈਥੇ ਭੇਜਣਾ, ਮੇਰੇ ਲਈ ਭੇਜਨੇ। ਅੱਗੇ ਲਿਖਿਆ ਹੈ, ਇੱਕੇ ਬਾਸਲਾ ਗਾੜੇ ਦਾ ਭਾਰੀ ਭੇਜਨੇ। ਇੱਕ ਬਾਸਲਾ, ਬਾਸਲਾ ਦਾ ਅਰਥ ਆ ਦਾਸ ਨੇ ਸੱਜੇ ਪਾਸੇ ਡਾਕਟਰ ਗੰਡਾ ਸਿੰਘ ਜੀ ਦੀ ਪੁਸਤਕ ਵਿੱਚੋਂ ਲਿਆ, ਜਿਹਦਾ ਅਰਥ ਹੈ ਬੋਰਾ। ਤੇ ਗਾੜਾ ਜਿਹੜਾ ਸ਼ਬਦ ਹੈ ਇਹ ਵੀ ਅੱਜ ਪੰਜਾਬੀ ਵਿੱਚ ਨਹੀਂ ਰਿਹਾ, ਜਿਸ ਦਾ ਅਰਥ ਹੈ ਮੋਟੀ ਪੀਡੀ ਬੁਣਤੀ ਦਾ, ਖੱਡੀ ਦਾ ਮਜ਼ਬੂਤ ਕੱਪੜਾ। ਭਾਵ ਸਤਿਗੁਰੂ ਜੀ ਮਜ਼ਬੂਤ ਕੱਪੜਾ ਬਹੁਤ ਸਾਰਾ ਬੋਰਾ ਭਰ ਕੇ ਮੰਗਾ ਰਹੇ ਹਨ। ਇੱਕੇ ਬਾਸਲਾ ਗਾੜੇ ਦਾ ਭਾਰੀ ਭੇਜਨੇ, ਜਿੱਥੋਂ ਕਿਥੋਂ ਟੋਲ ਹੀ ਭੇਜਨੇ। ਕਿ ਜੋ ਇਹ ਵਸਤਾਂ ਮੰਗਾਈਆਂ ਹਨ, ਜਿੱਥੋਂ ਉਸ ਕਾਲ ਦੀ ਬੋਲੀ ਹੈ, ਗੁਰਬਾਣੀ ਵਿੱਚ ਵੀ ਜਿੱਥੋਂ ਆਇਆ, ਫਿਰ ਕਰਾਂਗੇ। ਜਿਸ ਦਾ ਅੱਜ ਦੀ ਬੋਲੀ 'ਚ ਜਿੱਥੋਂ, ਜਿਸ ਥਾਂ ਤੋਂ ਵੀ ਲੱਭੇ, ਕਿੱਥੋਂ, ਜਿਸ ਥਾਂ ਜਿੱਥੋਂ ਕਿੱਥੋਂ ਲੱਭੇ, ਟੋਲ ਕੇ ਲੱਭ ਕੇ ਭੇਜਣਾ। ਅੱਗੇ ਹੈ, ਇੱਕ ਜੋੜੀ ਕੋਇਲ ਦੇ ਬੱਚੇ ਪਾਲਣੇ, ਕੋਇਲ ਦੇ ਬੱਚੇ ਪਾਲਣੇ, ਵੱਡੇ ਹੋਣੀ, ਬੋਲਣੀ ਲੱਗਣੀ ਤਾਂ ਪਿੰਜਰ ਵਿੱਚ ਹੀ ਪਾਏ ਕੇ ਭੇਜਣੇ। ਕੋਇਲ ਦੇ ਬੱਚੇ ਪਾਲਣੇ, ਵੱਡੇ ਹੋਣ, ਬੋਲਣ ਲੱਗ ਜਾਣ, ਤੇ ਉਹਨਾਂ ਨੂੰ ਪਿੰਜਰੇ ਵਿੱਚ ਪਾ ਕੇ ਭੇਜ ਦੇਣਾ। ਇੱਕ ਜੋੜੇ ਪਟਨੇ ਦੇ ਕੁੱਕੋ ਕਬੂਤਰੇ ਭੇਜਣਾ। ਪਟਨੇ ਦੇ ਜਿਹੜੇ ਕੁੱਕੋ, ਇਹ ਕੁੱਕੋ ਮਹਾਨ ਕੋਸ਼ ਚ ਲਿਖਿਆ ਹੋਇਆ ਕਿ ਕੱਕਾ ਭੂਰਾ। ਇਹ ਅਸਲ 'ਚ ਮੈਨੂੰ ਮਹਾਨ ਕੋਸ਼ 'ਚ ਮੈਨੂੰ ਸਮਝ ਨਹੀਂ ਆਇਆ ਵੀ ਮੈਂ ਉੱਥੋਂ ਲਿਆ ਕਿ ਜਾਂ ਸਾਡੀ ਆਪਣੀ ਬੋਲੀ 'ਚ ਨਾ, ਜਦੋਂ ਕੋਈ ਬਿਲਕੁਲ ਭੂਰੇ ਰੰਗ ਦਾ ਬੱਚਾ ਹੁੰਦਾ ਸੀ ਤੇ ਸਾਡੇ ਪਿੰਡਾਂ 'ਚ ਉਹਨੂੰ ਕੱਕਾ ਕਹਿੰਦੇ ਹੁੰਦੇ ਸੀ। ਤਾਂ ਇੱਥੇ ਉਹੀ ਸ਼ਬਦ ਹੈ ਕਿ ਇੱਕ ਜੋੜੇ ਪਟਨੇ ਦੇ ਕਬੂਤਰੇ ਭੇਜਣੇ, ਕੁੱਕੋ ਕਬੂਤਰੇ, ਚਿੱਟੇ ਭੂਰੇ ਕਬੂਤਰ ਜਿਹੜੇ ਨੇ, ਭੂਰੇ ਕਬੂਤਰ ਉਹ ਭੇਜਣੇ। ਬਹੁਤ ਦਮ ਪਕੜਨ, ਕਬੂਤਰ ਐਸੇ ਭੇਜਣੇ ਜਿਨ੍ਹਾਂ ਵਿੱਚ ਬੜਾ ਦਮ ਹੋਵੇ। ਦਮ ਪੰਜਾਬੀ ਦੀ ਬੋਲੀ ਵਿੱਚ ਹੈ ਕਿ ਬੜਾ ਜ਼ੋਰ ਹੋਵੇ। ਦਮ ਦਾ ਅਰਥ ਹੁੰਦਾ, ਆਪਾਂ ਕਹਿੰਦੇ ਫਲਾਣੇ 'ਚ ਦਮ ਨਹੀਂ ਹੈ, ਭੱਜਣ ਵਿੱਚ ਇੰਨਾ ਦਮ ਨਹੀਂ ਹੈ, ਭਾਵ ਕਿ ਉਹ ਬਹੁਤ ਲੰਬਾ ਭੱਜ ਸਕਦਾ ਹੋਵੇ। ਟੋਲ ਕੇ ਭੇਜਣੇ,
ਵੀ ਇਹ ਵੀ ਚੰਗੇ ਲੱਭ ਕੇ ਭੇਜਣੇ। ਅੱਗੇ ਹੈ ਭਾਈ ਦਿਆਲੇ ਗੁਰੂ ਤੇਰੀ ਰੱਖੇਗਾ। ਇਹ ਭਾਈ ਦਿਆਲੇ ਗੁਰੂ ਤੇਰੀ ਰੱਖੇਗਾ। ਤੇਰਾ ਭਗਤ ਪਹੁਤਾ। ਭਗਤ ਸ਼ਬਦ ਮੈਨੂੰ ਅਜੇ ਤੱਕ ਇਹਦਾ ਅਰਥ ਪਤਾ ਨਹੀਂ ਲੱਗਾ। ਦਾਸ ਨੇ ਸੱਜੇ ਪਾਸੇ ਸਵਾਲੀਆ ਚਿੰਨ੍ਹ ਲਾਇਆ ਹੋਇਆ ਹੈ, ਜਿਵੇਂ ਮੈਂ ਆਪ ਜੀ ਨੂੰ ਦੱਸਦਾ ਹੁੰਦਾ ਵਾਂ ਕਿ ਕੁਝ ਵੇਲਾ ਪਾ ਕੇ ਕੁਝ ਸ਼ਬਦ ਅੱਗੇ ਸਾਹਿਤਕ ਨਹੀਂ ਬਣਦੇ ਤੇ ਨਾ ਹੀ ਉਹ ਬੋਲੀ ਵਿੱਚ ਪ੍ਰਚਲਿਤ ਹੁੰਦੇ ਹਨ, ਉਹ ਕਾਲਾਂਤਰ ਵਿੱਚ ਲੋਪ ਹੋ ਜਾਂਦੇ ਹਨ। ਫਿਰ ਉਹਨਾਂ ਦੇ ਅਰਥ ਲੱਭਣੇ ਵੀ ਬਹੁਤ ਔਖੇ ਹਨ। ਉਹਨਾਂ ਵਿੱਚ ਇੱਕ ਭਗਤ ਹੈ, ਭਾਈ ਤੇਰਾ ਭਗਤ ਪਹੁਤਾ, ਤੇਰਾ ਭਗਤ ਪਹੁੰਚਿਆ, ਗੁਰੂ ਥਾਏ ਪਾਇਆ, ਗੁਰੂ ਨੇ ਥਾਏ ਪਾਇਆ। ਅੱਗੇ ਲਿਖਿਆ ਹੈ 22 ਰੁਪਏ ਭੇਟ ਪਹੁੰਤੀ, ਕਿ ਜੋ ਭੇਜਿਆ ਸੀ ਪਹੁੰਚਿਆ, ਉਹਦੇ ਵਿੱਚ ਕੀ ਲਿਖਿਆ ਕਿ 22 ਰੁਪਏ ਭੇਟ ਵੀ ਪਹੁੰਤੀ। ਪਰ ਵਾਸਤਵ ਦੇ ਵਿੱਚ ਨਾ ਇੱਥੇ 22 ਰੁਪਏ ਦੋ ਤਰ੍ਹਾਂ ਲਿਖੇ ਹਨ। 22 ਫਿਰ ਇੱਕ ਆ ਪਾ ਕੇ ਉਹ ਚਿੰਨ ਅੱਗੇ 15 ਵੀ ਪਾਇਆ ਹੋਇਆ। ਤੇ ਇਹ ਦਾਸ ਨੇ ਪੜ੍ਹਿਆ ਤਾਂ ਨਹੀਂ, ਪਰ ਮੇਰਾ ਵਿਸ਼ਵਾਸ ਹੈ ਕਿ ਜਿਵੇਂ ਇਹ ਲਿਖਿਆ ਹੋਵੇ 22 ਰੁਪਏ 15 ਆਨੇ ਪਹੁੰਚੇ, ਗੁਰੂ ਸਭੇ ਥਾਏ ਪਾਈ, ਗੁਰੂ ਨੇ ਸਾਰੀ ਭੇਟ ਥਾਏ ਪਾਈ। ਤੁਸਾਡਾ ਜੀਉ ਪਿੰਡ ਸਭ ਗੁਰੂ ਦਾ ਹੈ ਹੀ। ਤੁਹਾਡਾ ਸਰੀਰ ਪਿੰਡ ਜਿੰਦ ਸਭ ਗੁਰੂ ਦੀ ਹੈ। ਇਹ 38 ਸਤਰ ਹੈ। ਅਜੇ ਆਪਾਂ ਮੂਲ ਪਾਠ ਪੜ੍ਹ ਰਹੇ ਹਾਂ। ਇੱਥੇ ਬਹੁਤ ਵਾਰ ਆਪਾਂ ਬਹੁਤ ਵਾਰ ਨਹੀਂ, ਬਾਰ-ਬਾਰ ਵਿਚਾਰ ਕਰਨੀ ਹੈ। 38 ਤੋਂ ਬਾਅਦ 10 39 ਤੇ ਜਾਂਦਾ ਹੈ ਤੇ 39 ਸਤਰ ਜਿਹੜੀ ਹੈ ਉਹ ਇੱਥੇ ਹੈ। ਤੇ ਅੱਜ ਆਪਾਂ ਇਹ ਸਿਰਫ ਮੂਲ ਪਾਠ ਪੜਾਂਗੇ। 39 ਸਤਰ ਵਿੱਚ ਜਿਹੜਾ ਹੈ ਨਾ, ਆ ਤਿਰਛਾ ਲਿਖਿਆ। ਹੁਣ ਜੇ ਤੁਸੀਂ ਪੱਤਰਾ ਤੁਹਾਡੇ ਸਾਹਮਣੇ ਹੋਵੇ ਤਾਂ ਤੁਸੀਂ ਤਿਰਛਾ ਕਰੋਗੇ ਤੇ ਲਿਖਿਆ ਹੈ ਲਾਲ ਦਾਸ ਦੀ ਨਹੀਂ ਹੈ, ਮੇਰੇ ਖਿਆਲ ਕੀ ਹੈ, ਮੈਂ ਦੇਖਦਾ ਮਾੜਾ ਜਿਹਾ, ਕਿਉਂਕਿ ਦੀ ਤੇ ਕੀ ਸ਼ਬਦ ਦੇ ਵਿੱਚ ਬਹੁਤ ਥੋੜਾ ਜਿਹਾ ਅੰਤਰ ਹੈ। 38 ਹਾਂ, ਉਹ ਪਹਿਲੇ ਪੱਤਰੇ ਤੇ ਆਵੇਗਾ ਜੀ, ਖਿਮਾ ਕਰਨਾ ਜੀ। ਸਭ ਅਧਿਐਨ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ, ਕਿਉਂਕਿ ਚੀਜ਼ਾਂ ਸਾਰੀਆਂ ਬਹੁਤ ਸੁਖਾਲੀਆਂ ਨਹੀਂ ਹੈ। ਹਾਂ, ਇਹਨਾਂ ਨੇ ਦੀ ਲਿਖਿਆ ਲਾਲ ਦਾਸ ਦੀ, ਧੀ ਆਧੀ ਸ਼ਬਦ ਹੈ। ਆਈ ਹੈ, ਆਈ ਹੈ ਭਾਵ ਕਿ ਆਈ ਹੋਈ ਹੈ, ਬਹੁਤ ਮਾਨ ਰੱਖਣਾ, ਭਾਵ ਕਿ ਉਸ ਬੱਚੀ ਦਾ, ਲਾਲ ਦਾਸ ਦੀ ਜੋ ਬੇਟੀ ਆਈ ਹੈ ਉਹਦਾ ਮਾਨ ਰੱਖਣਾ, ਭੇਜਣਾ, ਮਾਨ ਰੱਖਣਾ, ਸੇਵਾ ਕਰਨੀ, ਸੇਵਾ ਕਰਨੀ। 43 44 45 70 ਵਿੱਚ ਲਿਖਿਆ ਹੈ ਤਾਰਾ ਚੰਦ ਦਾ ਖਸਮਾਨਾ ਕਰਨਾ। ਖਸਮਾਨਾ ਕਰਨਾ ਸ਼ਬਦ ਦਾ ਅਰਥ ਹੁੰਦਾ ਹੈ ਕਿ ਕਿਸੇ ਦੀ ਵਿਸ਼ੇਸ਼ ਤੌਰ ਤੇ ਰੱਖਿਆ ਕਰਨੀ, ਹਿਫਾਜ਼ਤ ਕਰਨੀ, ਸੰਭਾਲਣਾ। ਤੇ ਆਖਰੀ 3 ਸਤਰਾਂ ਹਨ 46 47 ਤੇ 48 ਤੇ ਅੱਗੇ ਲਿਖਿਆ ਹੋਇਆ ਹੈ ਹਰਦਾਸ ਸਾਈ ਦਿੱਤਾ ਸਰਬੱਤ ਸੰਗਤੀ ਪਟਨ ਕੀ ਤਥਾ ਆਲਮਗੰਜ ਦੀ। ਦੇਖੋ, ਇੱਕ ਥਾਂ ਤੇ ਕੀ ਲਿਖਿਆ ਹੈ, ਦੂਜੀ ਥਾਂ ਤੇ ਦੀ ਲਿਖਿਆ ਹੈ। ਮੈਂ ਇੱਥੇ ਦੁਬਾਰਾ ਪੜ੍ਹਦਾ ਵਾਂ। ਹਰਦਾਸ ਸਾਈ ਦਿੱਤਾ ਸਰਬਾਤੀ ਸੰਗਤੀ पटन की तथा आलमगंज की शेरपुर की। ये मैनू पढ़ के थोड़ा याद है, नहीं तो एकदम तो नहीं पढ़िया जाएगा। शेरपुर की
बीने मगेर की संगति। मैं इसनूं नहीं पता लग रहा। हाँ जी, ये है परमानंद दे वाड़े पासे लिखते। ये शब्द है परमानंद दे वाड़े पासे लिखते। भाव के उत्थे कोई एक वाड़ा होवेगा। कई वार क्योंकि जिथे पशुओं ਨੂੰ ਡੱਕੀਦਾ ਉਹਨੂੰ ਵਾੜਾ ਕਹਿੰਦੇ ਹਨ, ਤੇ ਹੋ ਸਕਦਾ ਹੈ ਨਾਮ ਹੀ ਪਸ਼ੂ ਹੋਣ, ਕਈ ਵਾਰੀ ਨਾਮ ਪ੍ਰਚਲਿਤ ਹੋ ਜਾਂਦਾ ਹੈ। परमानंद दे वाड़े पासे लिखते, आ शब्द है लिखते। अगे की लिखा है गुरु हरि गोविंद। इत्थे समाप्ति है गुरु हरि गोविंद। अज केवल पाठ कीता है ते अगली बार मूल पाठ नहीं करांगे। ਆਪਾਂ ਇਸ ਵਿੱਚ ਬਹੁਤ ਕੁਝ ਹੋਰ ਸਿੱਖਣਾ ਹੈ ਤੇ ਇਸ ਮੂਲ ਪਾਠ ਦੀ ਦਾਸ ਵੱਲੋਂ ਇੱਥੇ ਸਮਾਪਤੀ ਹੈ। ਮੇਰੇ ਪਾਠ ਵਿੱਚ ਜੇ ਕਿਸੇ ਨੂੰ ਲੱਗੇ ਕਿ ਬਹੁਤ ਅਸ਼ੁੱਧੀਆਂ ਹਨ, ਤੁਸੀਂ ਸੁਧਾਰ ਕੇ ਪੜ ਲੈਣਾ ਜਿਵੇਂ ਆਪ ਜੀ ਨੂੰ ਸਹੀ ਲੱਗੇ। ਜੋ ਮੈਨੂੰ ਸਹੀ ਲੱਗਾ, ਜਿਤਨਾ ਕੁ ਸਮਝ ਵਿੱਚ ਆਇਆ, ਮੈਂ ਆਪ ਜੀ ਦੇ ਅੱਗੇ ਰੱਖਿਆ ਹੈ। ਸਮਾਪਤੀ ਹੈ ਦਾਸ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।